ਅੰਦੋਲਨ ਫੈਲਦਾ ਹੋਇਆ ਹੁਣ ਦੇਸ਼ 'ਚ ਫੈਲ ਗਿਆ ਔਰ ਹੁਣ ਸਰਕਾਰ ਨੂੰ ਇਹ ਲੱਗ ਰਿਹਾ ਵੀ ਦੇਸ਼ ਦਾ ਸਾਰਾ ਕਿਸਾਨ ਜਾਗ ਗਿਆ। ਸਰਕਾਰ ਨੂੰ ਮੰਨਣਾ ਪੈਣਾ ਹੈ। ਸਰਕਾਰ ਬੌਖਲਾ ਚੁੱਕੀ ਹੈ। ਸਰਕਾਰ ਉੱਚੀ ਉੱਚੀ ਆਵਾਜ਼ ਨਾਲ ਬੋਲ ਰਹੀ ਹੈ ਵੀ ਮੈਂ ਨਹੀਂ ਪਿੱਛੇ ਹਟਣਾ। ਕਿਸਾਨ ਤਾਂ ਕਹਿੰਦਾ ਕਿ ਸਾਨੂੰ ਸਰਕਾਰ ਆਪਦੇ ਕਾਲੇ ਕਾਨੂੰਨ ਵਾਪਸ ਲਵੇ, ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ। ਵੀ ਹਜੇ ਵੀ ਜਿਹੜੇ ਐਨਡੀਏ ਦੇ ਨਾਲ ਹੈਗੇ ਆ ਦੂਜੇ ਦਲ ਹੈ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ, ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ, ਇਸ ਠੱਗ ਸਰਕਾਰ ਨੂੰ ਛੱਡਣਾ ਚਾਹੀਦਾ ਹੈ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਫਿਰ ਜੁੜੇ ਹਾਂ ਅਸੀਂ ਸਿੰਘੂ ਬਾਰਡਰ ਤੋਂ, ਜਿੱਥੇ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਭਾਰਤੀ ਯੂਨੀਅਨ ਉਗਰਾਹਾਂ ਦੇ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਜਿਹੜੇ ਨਵੀਂ ਰੂਪ ਰੇਖਾ ਉਲੀਕੀ ਗਈ ਹੈ ਕਿ ਆਖਰ ਜਿਹੜਾ ਸੰਘਰਸ਼ ਆ ਕਿਵੇਂ ਤਿੱਖਾ ਕਰਨਾ, ਹੋਰ ਕੀ ਰਣਨੀਤੀਆਂ ਇਸ ਦੇ ਵਿੱਚ ਉਲੀਕੀਆਂ ਗਈਆਂ। ਤੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਸਾਂਝੀ ਪ੍ਰੈਸ ਕਾਨਫਰੰਸ ਹੁੰਦੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਭਾਰਤੀ ਉਗਰਾਹਾਂ ਦੇ, ਉਸ ਦੇ ਵਿੱਚ ਅੱਜ ਹੋਰ 5 ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਵੀ ਹਿੱਸਾ ਲਿਆ। ਸਾਡੇ ਨਾਲ ਰਾਜਸਥਾਨ ਤੋਂ ਕਿਸਾਨ ਆਗੂ ਸੰਤਵੀਰ ਜੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੰਤਵੀਰ ਜੀ, ਸੰਘਰਸ਼ ਚੱਲ ਰਿਹਾ, ਲੰਬਾ ਹੋ ਰਿਹਾ ਸੰਘਰਸ਼ ਦਿਨੋਂ ਦਿਨ, ਹੋਰ ਜਥੇਬੰਦੀਆਂ ਹੋਰ ਜਥੇ ਵੀ ਆ ਰਹੇ ਨੇ, ਵੱਖ-ਵੱਖ ਜਿਹੜੇ ਬਾਰਡਰ ਨੇ, ਸਾਰੀ ਦਿੱਲੀ ਦੇ ਬਾਰਡਰ ਜਿਹੜੇ ਨੂੰ ਘੇਰਿਆ ਪਾ ਲਿਆ ਦਿੱਲੀ ਨੂੰ, ਪਰ ਹਾਲੇ ਵੀ ਸਰਕਾਰ ਦਾ ਉਹੀ ਰਵੱਈਆ। ਵੇਖੋ, ਇਹ ਅੰਦੋਲਨ ਹੁਣ ਜਨ ਅੰਦੋਲਨ ਬਣਦਾ ਜਾ ਰਿਹਾ। ਸਰਕਾਰ ਡਰਦੀ ਹੈ ਵੋਟਾਂ ਤੋਂ। ਸਰਕਾਰ ਨੇ ਪਹਿਲਾਂ ਸੋਚਿਆ ਵੀ ਅੰਦੋਲਨ ਇਕੱਲੇ ਪੰਜਾਬ 'ਚ ਹੈ, ਜਦੋਂ ਕਿ ਪੰਜਾਬ ਨੇ ਅੰਦੋਲਨ ਲੀਡ ਕੀਤਾ ਹੈ, ਪੰਜਾਬ ਨੇ ਅੰਦੋਲਨ ਚੱਕਿਆ ਹੈ। ਉਹ ਅੰਦੋਲਨ ਫੈਲਦਾ ਹੋਇਆ ਹੁਣ ਦੇਸ਼ 'ਚ ਫੈਲ ਗਿਆ ਔਰ ਹੁਣ ਸਰਕਾਰ ਨੂੰ ਇਹ ਲੱਗ ਰਿਹਾ ਵੀ ਦੇਸ਼ ਦਾ ਸਾਰਾ ਕਿਸਾਨ ਜਾਗ ਗਿਆ। ਸਰਕਾਰ ਨੂੰ ਮੰਨਣਾ ਪੈਣਾ ਹੈ। ਸਰਕਾਰ ਬੌਖਲਾ ਚੁੱਕੀ ਹੈ। ਸਰਕਾਰ ਉੱਚੀ ਉੱਚੀ ਆਵਾਜ਼ ਨਾਲ ਬੋਲ ਰਹੀ ਹੈ ਵੀ ਮੈਂ ਨਹੀਂ ਪਿੱਛੇ ਹਟਣਾ। ਜਦੋਂ ਬੰਦਾ ਜ਼ਿਆਦਾ ਉੱਚੀ ਆਵਾਜ਼ 'ਚ ਬੋਲਦਾ ਉਦੋਂ ਦੇ ਪੈਰ ਨਿਕਲ ਚੁੱਕੇ ਹੁੰਦੇ ਆ। ਸਰਕਾਰ ਨੂੰ ਮੰਨਣਾ ਪੈਣਾ। ਨੇੜੇ ਹੀ ਹੈ ਕਹਾਣੀ, ਕੋਈ ਬਹੁਤੀ ਦੂਰ ਨਹੀਂ। ਹੁਣ ਜਿਵੇਂ ਚਿੱਠੀਆਂ ਦਾ ਦੌਰ ਸ਼ੁਰੂ ਹੋ ਰਿਹਾ, ਪਹਿਲਾਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ, ਹੁਣ ਚਿੱਠੀਆਂ ਦਾ ਦੌਰ ਸ਼ੁਰੂ ਕਰਤਾ। ਕੇਂਦਰ ਵੱਲੋਂ ਚਿੱਠੀਆਂ ਭੇਜੀਆਂ ਜਾ ਰਹੀਆਂ ਨੇ, ਆਪਣਾ ਪੱਲਾ ਝਾੜ ਰਹੇ। ਹੁਣ ਕਿਸਾਨਾਂ ਦੇ ਵੱਲੋਂ ਵੀ ਚਿੱਠੀ ਭੇਜੇਗੀ, ਪਰ ਉਹਦਾ ਹਾਲੇ ਤੱਕ ਵੀ ਕੋਈ ਜਵਾਬ ਨਹੀਂ ਹੈ। ਵੇਖੋ, ਗੱਲ ਇੰਨੀ ਹੈ, ਸਰਕਾਰ ਨੇ ਇਹ ਸੋਚਿਆ ਵੀ ਅਸੀਂ ਕਿਸਾਨਾਂ ਨੂੰ ਜੇ ਕਹਿ ਦਈਏ ਵੀ ਪ੍ਰਪੋਜ਼ਲ ਬਣਾ ਕੇ ਭੇਜੋ, ਤੇ ਕਿਸਾਨਾਂ ਕੋਲੇ ਪ੍ਰਪੋਜ਼ਲ ਬਣਾ ਕੇ ਭੇਜਣ ਨੂੰ ਕੁਛ ਨਹੀਂ। ਸਿਰਫ ਕਿਸਾਨ ਕਹਿ ਰਹੇ ਆ ਜੀ ਕਾਨੂੰਨ ਵਾਪਸ ਲਓ, ਕਾਨੂੰਨ ਵਾਪਸ ਲਓ। ਲੇਕਿਨ ਉਹਨਾਂ ਨੂੰ ਇਹ ਅੰਦਾਜ਼ਾ ਨਹੀਂ ਸੀ। ਸਾਡੇ ਵੱਲੋਂ ਜਿਹੜੇ ਸਾਡੇ ਆਗੂ ਸੱਜਣ ਹੈ ਉਹਨਾਂ ਨੇ ਬੜਾ ਸੋਹਣਾ ਪ੍ਰਪੋਜ਼ਲ ਬਣਾ ਕੇ ਭੇਜਿਆ। ਸਰਕਾਰ ਭੰਬਲ ਭੂਸੇ ਪੈ ਗਈ ਹੈ। ਸਰਕਾਰ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਹੁਣ ਬੁਲਾ ਕੇ ਗੱਲ ਕਰੀਏ ਤਾਂ ਕੀ ਕਰੀਏ, ਕਿਉਂਕਿ ਸਰਕਾਰ ਜਿਹੜੇ ਇੱਧਰ ਉੱਧਰ ਦੇ ਰਾਹ ਕੱਢਣਾ, ਡੰਡੀਆਂ ਕੱਢਣਾ ਚਾਹ ਰਹੀ ਸੀ, ਉਹ ਡੰਡੀਆਂ ਬੰਦ ਹੋ ਚੁੱਕੀਆਂ। ਹੁਣ ਇੱਕੋ ਹੀ ਰਾਹ ਰਹਿ ਗਿਆ, ਉਸ ਰਾਹ 'ਤੇ ਉਹਨਾਂ ਨੂੰ ਆਉਣਾ ਪੈਣਾ। ਤੁਹਾਡੀ ਜਥੇਬੰਦੀ ਕਿਹੜੇ ਬਾਰਡਰ ਤੇ ਬੈਠੀ ਹੈ ਤੇ ਕਿੰਨੇ ਕੁ ਤੁਹਾਡੀ ਜਥੇਬੰਦੀ ਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਡਟੇ ਹੋਏ ਨੇ ਇਸ ਵਿਰੋਧ ਦੇ ਵਿੱਚ? ਅਸੀਂ ਪਹਿਲਾਂ 26 ਤੋਂ ਤਾਂ ਟੀਕਰੀ ਸੀ, ਡੱਬ ਵਾਲੀ ਤੋਂ ਉਗਰਾਹਾਂ ਸਾਹਿਬ ਦੇ ਨਾਲ ਹੀ ਉਹਨਾਂ ਦੇ ਜਥੇਬੰਦੇ ਸੀਗੇ ਅਸੀਂ, ਡਕੌਂਦਾ ਦੇ ਤੇ ਉਗਰਾਹਾਂ ਦੇ। ਅਸੀਂ ਇੱਥੇ 12 ਤਰੀਕ ਨੂੰ ਫੈਸਲਾ ਲਿਆ ਸੰਯੁਕਤ ਕਿਸਾਨ ਮੋਰਚਾ ਨੇ ਵੀ ਉੱਥੇ ਜਾਣਾ ਚਾਹੀਦਾ, ਕਿਉਂਕਿ ਅਸੀਂ ਰਾਜਸਥਾਨ ਦੇ ਸੀ, ਪਹਿਲਾ ਫਰਜ਼ ਸਾਡਾ ਬਣਦਾ। 13 ਤਰੀਕ ਨੂੰ ਅਸੀਂ ਤੇ ਅਖਿਲ ਭਾਰਤੀ ਕਿਸਾਨ ਸਭਾ ਕਾਮਰੇਡ ਸਾਥੀ, ਉਹ ਉੱਥੇ ਅਸੀਂ ਦੋਹਾਂ ਨੇ ਮੋਰਚਾ ਲਾਇਆ ਹੋਇਆ। ਤੀਜੇ ਯੋਗਿੰਦਰ ਜੀ ਯਾਦਵ ਵਾਲੀ ਜਿਹੜੀ ਜਥੇਬੰਦੀ ਹੈ, ਯੋਗਿੰਦਰ ਯਾਦਵ ਦੀ ਜੈ ਕਿਸਾਨ, ਉਹ ਵੀ ਸਾਡੇ ਨਾਲ ਹੈ। ਰਾਮਪਾਲ ਜੀ ਜਾਟ ਦੀ ਕਿਸਾਨ ਪੰਚਾਇਤ, ਉਹ ਵੀ ਸਾਡੇ ਨਾਲ ਹੈ। ਉੱਥੋਂ ਦੀ ਜਾਟ ਮਹਾਂਸਭਾ ਰਾਜਸਥਾਨ, ਜਾਟ ਮਹਾਂਸਭਾ ਰਾਜਾ ਰਾਮ ਜੀ ਮੀਲ ਹੈ, ਉਹ ਵੀ ਸਾਡੇ ਨਾਲ ਹੈ। ਅਸੀਂ 5-7 ਜਥੇਬੰਦੀਆਂ ਜਿਹੜੀਆਂ ਕੋਈ ਛੋਟੀਆਂ ਵੱਡੀਆਂ ਜਿੰਨੀਆਂ ਵੀ ਹੈ, ਅਸੀਂ ਇਕੱਠੀਆਂ ਹੋ ਕੇ ਅਸੀਂ ਉਹ ਸ਼ਾਹਜਹਾਂਪੁਰ ਬੈਠੇ ਸੀ। ਅਸੀਂ ਪਰਸੋਂ ਅੱਗੇ ਜਾਣ ਦਾ ਫੈਸਲਾ ਕੀਤਾ ਤਾਂ ਹਰਿਆਣਾ ਸਰਕਾਰ ਨੇ ਸਾਨੂੰ ਰੋਕ ਲਿਆ। ਅਸੀਂ ਉੱਥੇ ਸੜਕ ਨਹੀਂ ਰੋਕੀ ਹੋਈ, ਦੋਨੇ ਪਾਸਿਓਂ ਦੋਨੇ ਸੜਕਾਂ ਜੇ ਰੋਕੀਆਂ ਹੋਈਆਂ ਤਾਂ ਸਰਕਾਰ ਨੇ ਰੋਕੀਆਂ ਹੋਈਆਂ। ਹਾਂ, ਇਹ ਗੱਲ ਵੱਖਰੀ ਹੈ ਵੀ ਇਸ ਟਾਈਮ ਉਹ ਕਾਫਲਾ ਵੱਧ ਕੇ ਸ਼ਾਹਜਹਾਂਪੁਰ 5 ਕਿਲੋਮੀਟਰ ਲੰਮਾ ਚਲਿਆ ਗਿਆ ਦੋਨੇ ਸੜਕਾਂ 'ਤੇ। ਪਰਸੋਂ ਇੱਕ ਸਿਆਸੀ ਨੇਤਾ ਵੀ ਆ ਕੇ ਉਹਨੇ ਐਨਡੀਏ ਛੱਡੀ ਹੈ, ਹਨੂੰਮਾਨ ਬੇਣੀਵਾਲ ਨੇ, ਉਹ ਵੀ ਪਿੱਛੇ ਆ ਕੇ ਬੈਠਾ ਹੈ। ਹਾਂਜੀ, ਉਹ ਵੀ ਪਿੱਛੇ ਆ ਕੇ ਬੈਠਾ ਹੈ। ਹਾਲਾਂਕਿ ਅਸੀਂ ਸਿਆਸੀ ਨੂੰ ਇਹੀ ਕਹਿ ਰੱਖਿਆ ਵੀ ਤੁਸੀਂ ਪਿੱਛੇ ਬਹਿ ਸਕਦੇ ਹੋ, ਉਹਨੇ ਮੰਨੀ ਹੈ ਇਹ ਗੱਲ। ਤੇ ਹੁਣ ਲਗਾਤਾਰ, ਕਿਉਂਕਿ ਸਾਡੇ ਬਿਜਾਈ ਲੇਟ ਖਤਮ ਹੁੰਦੀ ਹੈ ਰਾਜਸਥਾਨ ਦੇ ਵਿੱਚ, ਬਿਜਾਈ ਖਤਮ ਹੋ ਗਈ। ਹੁਣ ਦਿਨ ਰਾਤ ਜੇ ਤੁਸੀਂ ਜੇ ਰਾਜਸਥਾਨ ਵਾਲੀ ਸੜਕ ਤੇ ਸ਼ਾਹਜਹਾਂਪੁਰ ਨੂੰ ਵੇਖੋਗੇ ਤਾਂ ਤੁਹਾਨੂੰ ਟਰਾਲੀਆਂ ਮਿਸਰੀਆਂ। ਹੁਣ ਮੋਰਚਾ ਬੜਾ ਵੱਧ ਰਿਹਾ। ਜਿਵੇਂ ਨਾਗੌਰ ਤੋਂ ਜਿਹੜੇ ਸੰਸਦ ਮੈਂਬਰ ਸੀਗੇ ਬੈਨੀਵਾਲ ਜੀ, ਉਹਨਾਂ ਨੇ ਪਹਿਲਾਂ ਹੀ ਜਿਹੜਾ ਕਿਹਾ ਸੀਗਾ ਕਿ ਮੈਂ ਐਨਡੀਪੀ ਨਾਲ ਨਾਤਾ ਜਿਹੜਾ ਤੋੜਨਾਗਾ, ਉਹ ਲੱਗਦਾ ਨਹੀਂ ਕਿ ਕਾਫੀ ਦੇਰ ਤੋਂ ਬਾਅਦ ਜਿਹੜਾ ਨਾਤਾ ਤੋੜਿਆ। ਵੇਖੋ ਜੀ, ਵੇਖੋ ਉਹਨਾਂ ਦਾ ਜੀ ਕਰਦਾ ਸੀ ਵੀ ਯਾਰੀ ਛੱਡੀਏ ਕਿ ਕਿਸਾਨਾਂ ਨਾਲ ਆਈਏ। ਕਿਸਾਨਾਂ ਕੋਲੇ ਵੋਟਾਂ ਹੈ, ਮੋਦੀ ਨਾਲ ਯਾਰੀ ਸੀ ਤੇ ਫੈਸਲਾ ਲੈਣ 'ਚ ਦੇਰੀ ਹੋਣੀ ਸੀ। ਸਾਵੀਂ ਉਹਨਾਂ ਨੇ ਉਹੀ ਕਹਾਣੀ ਕੀਤੀ ਹੈ ਜਿਹੜੀ ਬਾਦਲ ਸਾਹਿਬ ਨੇ ਪੰਜਾਬ 'ਚ ਕੀਤੀ ਹੈ। ਖੈਰ, ਇਹ ਫੈਸਲਾ ਤਾਂ ਅੱਗੇ ਕਿਸਾਨ ਕਰਨਗੇ, ਕੀ ਕਰਨਾ ਕੀ ਨਹੀਂ ਕਰਨਾ। ਅਸੀਂ ਤਾਂ ਸਾਡੀ ਤਾਂ ਇਹ ਅਪੀਲ ਹੈ ਵੀ ਹਜੇ ਵੀ ਜਿਹੜੇ ਐਨਡੀਏ ਦੇ ਨਾਲ ਹੈਗੇ ਆ ਦੂਜੇ ਦਲ ਹੈ, ਉਹਨਾਂ ਨੂੰ ਵੀ ਸੋਚਣਾ ਚਾਹੀਦਾ, ਕਿਸਾਨਾਂ ਦਾ ਸਾਥ ਦੇਣਾ ਚਾਹੀਦਾ, ਇਸ ਠੱਗ ਸਰਕਾਰ ਨੂੰ ਛੱਡਣਾ ਚਾਹੀਦਾ। ਜਦੋਂ ਤੁਸੀਂ ਸ਼ਾਹਜਹਾਂ ਬਾਰਡਰ ਤੇ ਪਹੁੰਚੇ ਆ, ਜਦੋਂ ਜਿੱਥੇ ਤੁਸੀਂ ਆਏ ਹੋ, ਲੰਘ ਕੇ ਆਏ ਹੋ, ਉਸ ਦੌਰਾਨ ਵੀ ਤੁਹਾਨੂੰ ਕਿਤੇ ਪੁਲਿਸ ਪ੍ਰਸ਼ਾਸਨ ਨੇ ਰੋਕਿਆ? ਬਹੁਤ ਜ਼ਿਆਦਾ।
ਇੱਥੋਂ ਜਦੋਂ ਟੀਕਰੀ ਤੋਂ ਅਸੀਂ ਚੱਲੇ ਆ ਤੇ ਸਾਨੂੰ ਇਹ ਸਾਥੀ ਸਾਡੇ ਅੱਗੇ ਸੀ, ਸਾਡੇ ਕਾਰ ਲੈ ਕੇ ਹਰਵਿੰਦਰ ਸਿੰਘ ਜੀ ਮੇਰੇ ਸਾਥੀ ਹੈ, ਮੇਰੀ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਨੇ ਇਹ। ਅਸੀਂ ਇੱਥੋਂ ਗਏ ਤੇ ਮਾਸ਼ਰੌਲੀ ਪਿੰਡ ਦੇ ਅੱਗੇ ਬੜੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਨੇ ਨਾਕਾ ਲਾ ਰੱਖਿਆ ਸੀ। ਰਾਤ ਸਾਨੂੰ ਉੱਥੇ ਰੁਕਣਾ ਪਿਆ, ਧੁੰਦ ਬੜੀ ਸੀ। 2 ਰਾਤਾਂ ਦੇ ਵਿੱਚ ਸਾਨੂੰ ਰਾਹ 'ਚ ਰੁਕਣਾ ਪਿਆ। ਅਸੀਂ ਜਿੱਥੇ ਰੋਕਦੇ ਉੱਥੇ ਬਹਿ ਜਾਂਦੇ ਸੀ, ਮਗਰੋਂ ਤਾਕਤ ਸਾਡੀ ਹੋਰ ਜੁੜਦੀ ਗਈ। ਹਰਿਆਣੇ ਦੇ ਲੋਕਾਂ ਨੇ ਸਾਥ ਦਿੱਤਾ। ਫਿਰ ਅਸੀਂ ਜਾ ਕੇ 2 ਦਿਨਾਂ ਤੋਂ ਬਾਅਦ ਜਾ ਕੇ ਉੱਥੇ ਅਸੀਂ ਪਹੁੰਚੇ ਹਾਂ। ਯਾਨੀ ਕਿ ਹਰਿਆਣਾ ਸਰਕਾਰ ਸਾਨੂੰ ਨਾ ਦਿੱਲੀ ਜਾਣ ਦੇਵੇ ਤੇ ਨਾ ਰਾਜਸਥਾਨ ਜਾਣ ਦੇਵੇ, ਬਖਲਾਈ ਹੋਈ ਹੈ। ਸਾਡੇ ਨਾਲ ਹੋਰ ਵੀ ਜਿਹੜੇ ਕਿਸਾਨ ਆਗੂ ਜਿਹੜੇ ਮੋਹਰੇ ਸੀ, ਇਹ ਸ਼ਾਹਜਹਾਂ ਬਾਰਡਰ ਜਦੋਂ ਘੇਰਨਾ ਸੀ ਉਦੋਂ ਤੁਸੀਂ ਮੋਹਰੇ ਸੀਗੇ, ਹਰਵਿੰਦਰ ਜੀ। ਤੇ ਹਰਵਿੰਦਰ ਜੀ, ਜਿਵੇਂ ਸਰਕਾਰ ਤੁਹਾਨੂੰ ਰੋਕ ਰਹੀ ਆ, ਹਾਲਾਂਕਿ ਨਾਲ ਅਪੀਲਾਂ ਵੀ ਕਰ ਰਹੀ ਆ ਕਿ ਰਸਤੇ ਖਾਲੀ ਕਰ ਦਿਓ, ਹਾਲਾਂਕਿ ਤੁਸੀਂ ਤਾਂ ਰਸਤੇ ਨਹੀਂ ਰੋਕੇ, ਰਸਤੇ ਤਾਂ ਉਹਨਾਂ ਨੇ ਰੋਕੇ ਨੇ। ਬਿਲਕੁਲ ਜੀ ਬਿਲਕੁਲ, ਸੁਪਰੀਮ ਕੋਰਟ ਵੀ ਇਹ ਗੱਲ ਮੰਨਿਆ ਹੈ ਕਿ ਕਿਸਾਨਾਂ ਨੇ ਰਸਤਾ ਕਿਤੇ ਨਹੀਂ ਰੋਕਿਆ ਹੋਇਆ। ਅਸੀਂ ਤਾਂ ਕਹਿੰਦੇ ਵੀ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ। ਇਹ ਸਾਡਾ ਬਿਲਕੁਲ, ਇਹ ਸਾਡਾ ਲੋਕਤੰਤਰਿਕ ਅਧਿਕਾਰ ਹੈ, ਸਾਨੂੰ ਦਿੱਲੀ ਜਾਣ ਦਿੱਤਾ ਜਾਵੇ। ਬੈਰੀਕੇਡਿੰਗ ਕਰਕੇ ਹਰ ਥਾਂ ਤੇ ਸਰਕਾਰ ਨੇ ਰੋਕਿਆ ਹੋਇਆ। ਜਿਹੜਾ ਹੁਣ ਪਹਿਲਾਂ ਇੱਕ ਰਸਤਾ ਜੈਪੁਰ ਦਿੱਲੀ ਹਾਈਵੇ ਸਾਰਾ ਹੈ ਜੀ, ਸਭ ਤੋਂ ਜ਼ਿਆਦਾ ਟ੍ਰੈਫਿਕ ਇਸ ਰੋਡ ਤੇ ਚੱਲਦਾ ਹੈ। ਹਾਲਾਂਕਿ ਆਪਾਂ ਟਿੱਕਰੀ ਬਾਰਡਰ, ਸਿੰਘੂ ਬਾਰਡਰ ਤੇ ਬੈਠੇ ਸੀ, ਪਰ ਸਾਈਡ ਥਾਣੀ ਟ੍ਰੈਫਿਕ ਚੱਲ ਰਿਹਾ ਸੀ। ਜਦੋਂ ਸਾਨੂੰ 12 ਤਰੀਕ ਨੂੰ ਆਪਾਂ ਸੰਯੁਕਤ ਕਿਸਾਨ ਮੋਰਚੇ ਦੀ ਇੱਥੇ ਮੀਟਿੰਗ 'ਚ ਮੈਂ ਆਇਆ ਸੀ, ਉੱਥੇ ਡਿਸੀਜਨ ਹੋਇਆ ਸੀ ਵੀ ਆਪਾਂ ਦਿੱਲੀ ਜੈਪੁਰ ਹਾਈਵੇ ਰੋਕਣਾ ਹੈ। ਠੀਕ ਹੈ, ਉਦੋਂ ਹੀ ਅਸੀਂ ਫਿਰ ਪਲੈਨਿੰਗ ਕਰ ਲਈ ਸੀ ਇੱਥੋਂ ਟਿੱਕਰੀ ਬਾਰਡਰ ਤੋਂ ਉੱਧਰ ਮੂਵ ਹੋਣ ਦੀ। ਤੇ ਸਰਕਾਰ ਨੂੰ ਜਾ ਕੇ ਅਸੀਂ ਫਿਰ ਤਾਕਤ ਹੀ ਨਹੀਂ ਸੀਗੀ ਇੱਥੋਂ, ਕਿਉਂਕਿ ਹਰਿਆਣਾ ਸਰਕਾਰ ਨੇ ਸਾਨੂੰ ਰੋਕਿਆ। ਅਸੀਂ ਜਾ ਕੇ ਉੱਥੇ ਇੱਕ ਸਾਈਡ ਪਹਿਲਾਂ ਰੋਕੀ। ਫਿਰ ਹੁਣ ਪਰਸੋਂ 25 ਤਰੀਕ ਨੂੰ ਅਸੀਂ ਐਲਾਨ ਕੀਤਾ ਸੀਗਾ 25 ਨੂੰ ਅਸੀਂ ਦਿੱਲੀ ਵੱਲ ਨੂੰ ਕੂਚ ਕਰਾਂਗੇ। ਤੇ ਫਿਰ ਉਦੋਂ ਵੀ ਹਰਿਆਣਾ ਸਰਕਾਰ ਨੇ ਦੂਸਰੀ ਸਾਈਡ ਰੋਕ ਕੇ ਪੂਰਾ ਰੋਡ ਜਾਮ ਕਰਤਾ ਹੈ। ਤੇ ਹੁਣ ਸਰਕਾਰ ਦੀ ਨਾਸੀ ਧੂੰਆਂ ਨਿਕਲ ਰਿਹਾ ਤੇ ਟ੍ਰੈਫਿਕ ਹੁਣ ਅੱਜ ਇੱਥੇ ਆਉਣ ਨੂੰ ਸਾਨੂੰ 4.5 ਘੰਟੇ ਲੱਗੇ ਹੈ ਤੇ ਸਿਰਫ 100 ਕਿਲੋਮੀਟਰ ਦਾ ਸਫ਼ਰ ਹੈ। ਤੁਸੀਂ ਆਪ ਹਿਸਾਬ ਲਾ ਲਓ ਕਿ ਟ੍ਰੈਫਿਕ ਦਾ ਕੀ ਹਾਲ ਹੋ ਰਿਹਾ ਤੇ ਉਸ ਦੀ ਜ਼ਿੰਮੇਵਾਰ ਪੂਰੀ ਤਰ੍ਹਾਂ ਸਰਕਾਰ ਹੈ। ਹਾਲਾਂਕਿ ਕਿਸਾਨ ਕਿਤੇ ਨਹੀਂ ਹੈ। ਕਿਸਾਨ ਤਾਂ ਕਹਿੰਦਾ ਕਿ ਸਾਨੂੰ ਸਰਕਾਰ ਆਪਦੇ ਕਾਲੇ ਕਾਨੂੰਨ ਵਾਪਸ ਲਵੇ, ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ। ਇੱਕ ਪਾਸੇ ਤਾਂ ਸਰਕਾਰ ਖੁਦ ਰਸਤੇ ਰੋਕ ਕੇ ਕਹਿ ਰਹੀ ਹੈ ਕਿ ਰਸਤੇ ਖਾਲੀ ਕਰ ਦਿਓ, ਤੇ ਦੂਜੇ ਪਾਸੇ ਜਿਹੜੀ ਸਰਕਾਰ ਖੁਦ ਹੀ ਜਿਹੜੀ ਸੜਕਾਂ ਪੱਟ ਕੇ ਜਦੋਂ ਸ਼ੰਭੂ ਤੋਂ ਚੱਲੇ ਸੀਗੇ ਪਾਣੀਪਤ ਤੇ ਸੜਕਾਂ ਪੱਟੀਆਂ ਸੀ, ਫਿਰ ਉਹਨਾਂ ਤੇ ਕਿਸਾਨਾਂ ਤੇ ਪਰਚੇ ਪਾ ਰਹੇ ਨੇ। ਵੇਖੋ ਜੀ, ਇਹ ਸਰਕਾਰ ਦੀ ਤਾਨਾਸ਼ਾਹੀ ਹੈ। ਨਾਮ ਲਾਇਆ ਜਾਂਦਾ ਹੈ ਕਿਸਾਨ ਦਾ। ਸਰਕਾਰ ਨੇ ਜਿੱਦਣ ਆਪਣੇ ਲੋਕ ਸਭਾ ਦੇ ਵਿੱਚ ਬਿੱਲ ਪੇਸ਼ ਕਰਨਾ ਸੀ, ਉਦੋਂ ਵੀ ਸਾਰੀ ਜਥੇਬੰਦੀਆਂ ਦੇ ਵਿੱਚ ਜਿਹੜੀ ਸਾਡੀ ਉਦੋਂ ਵੀ ਜਿਹੜਾ ਸਾਰੇ ਉਗਰਾਹਾਂ ਜੀ ਤੇ ਇਹ ਆਪਣੇ ਦੱਲੇਵਾਲ ਜੀ, ਇਹਨਾਂ ਨਾਲ ਸਾਰਿਆਂ ਨਾਲ ਸਾਡਾ ਸੰਪਰਕ ਸੀ। ਗ੍ਰਿਫਤਾਰ ਜਾ ਕੇ ਸਾਡਾ ਇਹੀ ਸੀਗਾ ਵੀ ਸਰਕਾਰ ਲੋਕ ਸਭਾ ਦੇ ਵਿੱਚ ਬਿੱਲ ਪੇਸ਼ ਕਰੇਗੀ, ਅਸੀਂ ਲੋਕ ਸਭਾ ਦੇ ਬਾਹਰ ਪ੍ਰਦਰਸ਼ਨ ਕਰਨਾ ਹੈ। ਉਦੋਂ ਵੀ ਅਸੀਂ ਸਾਰੇ ਗਏ ਸੀ, ਜਿਹਦੇ ਵਿੱਚ ਗੁਰਨਾਮ ਜੀ ਚਡੂਨੀ ਵੀ ਸੀ। ਤੇ ਉਦਣ ਵੀ ਸਾਡੀਆਂ ਗ੍ਰਿਫਤਾਰੀਆਂ ਕਰਕੇ ਸਾਨੂੰ ਸਾਰਾ ਦਿਨ ਉੱਥੇ ਥਾਣੇ ਦੇ ਵਿੱਚ ਰੱਖਿਆ ਗਿਆ। ਤੇ ਸੋ ਇਹ ਸਰਕਾਰ ਤੇ ਤੁਹਾਨੂੰ ਪਤਾ ਹੀ ਹੈ, ਜਦੋਂ ਹੁਣ ਇਹ ਹੈ ਹਿਟਲਰਸ਼ਾਹੀ ਤੇ ਸਰਕਾਰ ਕਰ ਹੀ ਰਹੀ ਹੈ ਜੀ। ਹੁਣ ਦੇਖ ਸਕਦੇ ਹਾਂ, ਅਸੀਂ ਕਹਿ ਸਕਦੇ ਹਾਂ ਕਿ ਦਬਾਅ ਤਾਂ ਪੂਰਾ ਬਣਿਆ ਹੋਇਆ ਸਰਕਾਰ ਤੇ, ਜਲਦੀ ਹੱਲ ਨਿਕਲੇਗਾ। ਬਿਲਕੁਲ ਜੀ ਬਿਲਕੁਲ, ਸਰਕਾਰ ਉਮੀਦ ਤੇ ਕੀਤੀ ਜਾ ਰਹੀ ਹੈ ਵੀ 1 ਤਰੀਕ ਤੋਂ ਪਹਿਲਾਂ ਕੱਢ ਦੇਗੀ, ਨਹੀਂ ਤੇ 26 ਜਨਵਰੀ ਤੋਂ ਪਰਾਂ ਕਿਤੇ ਨਹੀਂ ਗਈ। ਤੇ ਬਾਕੀ ਪਰ ਸਰਕਾਰ ਭਾਵੇਂ ਸਾਨੂੰ ਸਾਲ ਭਾਲੇ, ਅਸੀਂ ਜਾਣ ਵਾਲੇ ਨਹੀਂ ਆ, ਪੂਰੀ ਤਿਆਰੀ ਦੇ ਨਾਲ ਆਏ ਆ। ਪੰਜਾਬ ਦੇ ਜਿੰਨੇ ਆ ਠੀਕ ਹੈ, ਇੱਥੇ ਟਰਾਲੀਆਂ ਲੈ ਕੇ ਬੈਠੇ। ਸਾਡੇ ਗੰਗਾਨਗਰ ਹਨੂਮਾਨਗੜ੍ਹ ਤੋਂ ਸਾਨੂੰ 550 600 ਕਿਲੋਮੀਟਰ ਪੈ ਜਾਂਦਾ। ਸਾਡੇ ਬਹੁਤ ਸਾਰੀਆਂ ਟਰਾਲੀਆਂ, ਮੰਨੋ ਕਿ ਚਲੋ ਵੀ 100-150 ਦੇ ਕਰੀਬ ਟਰਾਲੀ ਉੱਥੋਂ ਗੰਗਾਨਗਰ ਹਨੂਮਾਨਗੜ੍ਹ ਚੋਂ ਆਈ ਹੈ। ਪਰ ਟੈਂਟਿੰਗ ਤੁਸੀਂ ਜੇ ਜਾ ਕੇ ਦੇਖੋਗੇ ਨਾ ਸ਼ਾਹਜਹਾਂਪੁਰ ਬਾਰਡਰ ਤੇ, ਇੰਨੀ ਕੁ ਜ਼ਿਆਦਾ ਟੈਂਟਿੰਗ ਉੱਥੇ ਹੋ ਚੁੱਕੀ ਹੈ। ਸਾਰੀ ਰੋਡ ਤੇ ਦੋਵਾਂ ਸਾਈਡਾਂ ਤੇ ਟੈਂਟ ਹੀ ਟੈਂਟ ਨਜ਼ਰ ਆਉਣਗੇ ਲੰਬੇ ਦੂਰ ਤੱਕ ਤੁਹਾਨੂੰ। ਤੇ ਸਭ ਦੇ ਪੱਕੇ ਜ਼ਾਬਤੇ ਹੈ ਜੀ, ਬਿਲਕੁਲ ਜਾਣ ਵਾਲੇ ਨਹੀਂ ਹੈ ਜਦੋਂ ਤੱਕ ਸਰਕਾਰ ਮੰਨਦੀ ਨਹੀਂ ਹੈ। ਸੋ ਬਿਲਕੁਲ ਹਰ ਕੋਈ ਇਹੀ ਕਹਿ ਰਿਹਾ ਕਿ ਹੁਣ ਉਦੋਂ ਤੱਕ ਨਹੀਂ ਜਾਵਾਂਗੇ ਜਦੋਂ ਤੱਕ ਕੇਂਦਰ ਸਰਕਾਰ ਦੇ ਵੱਲੋਂ ਲਿਆਂਦੇ ਗਏ ਇਹ ਖੇਤੀ ਕਾਨੂੰਨ ਰੱਦ ਨਹੀਂ ਹੋਵੇ। ਭਾਵੇਂ ਰਾਜਸਥਾਨ ਦੀ ਗੱਲ ਕਰੀਏ, ਪੰਜਾਬ ਤੋਂ ਉੱਠੀ ਇਹ ਲਹਿਰ, ਪੰਜਾਬ ਤੋਂ ਚੱਲਿਆ ਇਹ ਅੰਦੋਲਨ ਹੁਣ ਦੇਸ਼ਾਂ ਦੇ ਨਾਲ ਵਿਦੇਸ਼ਾਂ ਤੱਕ ਵੀ ਆਵਾਜ਼ ਉੱਠ ਰਹੀ ਆ। ਦੇਖਣਾ ਹੋਵੇਗਾ ਆਖਿਰ ਕਦੋਂ ਤੱਕ ਕੇਂਦਰ ਸਰਕਾਰ ਅਜਿਹਾ ਹੀ ਅੜੀਅਲ ਰਵੱਈਆ ਅਪਣਾਉਂਦੀ ਆ ਤੇ ਆਖਿਰ ਕਦੋਂ ਤੱਕ ਕਿਸਾਨਾਂ ਦੀ ਤਰਾਸ਼ਦੀ ਐਵੇਂ ਹੀ ਦੇਖਣ ਨੂੰ ਮਿਲੂਗੀ। ਆਖਿਰ ਕਦੋਂ ਕਿਸਾਨ ਆਪਣੀ ਚੈਨ ਦੀ ਨੀਂਦ ਸੋ ਸਕਣਗੇ। ਲਗਾਤਾਰ ਬਣੇ ਰਹੋ D5 ਦੇ ਨਾਲ, ਦੇਖਦੇ ਰਹੋ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।